ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਚਤਰ ਚੱਕਰਵਰਤੀ। ਚਤਰ ਚੱਕਰਵਰਤੀ ਭਾਵ ਇਸ ਸੰਸਾਰ ਦਾ ਕੋਈ ਐਸਾ ਕੋਨਾ ਨਹੀਂ ਜਿਹੜਾ ਉਹਦੇ ਤੋਂ ਵੱਖਰਾ ਹੋਵੇ। ਚਤਰ ਚੱਕਰਵਰਤੀ, ਉਹਦੀ ਮੌਜੂਦਗੀ ਜ਼ਰਰੇ ਜ਼ਰਰੇ 'ਚ ਬਿਰਾਜਮਾਨ ਆ, ਉਹ ਜ਼ਰਰੇ ਜ਼ਰਰੇ 'ਚ ਬਿਰਾਜਮਾਨ ਆ। ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ। ਹੁਣ ਦੇਖੋ, ਜਿਵੇਂ ਘੁਮਿਆਰ ਆ, ਘੁਮਿਆਰ ਘੜੇ ਨੂੰ ਬਣਾਉਂਦਾ ਤਾਂ ਘੜੇ ਦਾ ਕਰਤਾ ਕੌਣ ਆ? ਘੁਮਿਆਰ। ਭਾਵੇਂ ਉਹਨੇ ਬਣਾਇਆ ਪਰ ਉਹਦਾ ਰੂਪ ਨਹੀਂ ਹੋ ਸਕਦਾ, ਹੈ ਨਾ। ਉਹਦੀ ਕ੍ਰਿਤ ਤਾਂ ਜ਼ਰੂਰ ਆ ਪਰ ਉਹਦਾ ਰੂਪ ਨਹੀਂ ਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਘੜੇ ਦੇ ਵਿੱਚ ਘੁਮਿਆਰ ਬਿਰਾਜਮਾਨ ਹੈ, ਨਹੀਂ ਕਹਿ ਸਕਦੇ ਨਾ। ਪਰ ਇਹ ਪ੍ਰੀਤਮ ਜਿਹੜਾ ਆ, ਇਹ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ, ਇਸ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਵੀ ਉਹ ਆਪ ਆ ਤੇ ਇਹਨੂੰ ਭੋਗਣ ਵਾਲਾ ਵੀ ਆਪ ਆ। ਕਿਤੇ ਉਹ ਭੌਰਾ ਬਣ ਕੇ ਫੁੱਲਾਂ ਨੂੰ ਚੂਸ ਰਿਹਾ ਹੈ, ਉਹਨਾਂ ਦੇ ਰਸ ਨੂੰ ਚੂਸ ਰਿਹਾ ਹੈ। ਕਿਤੇ ਉਹ ਕੁਛ ਕਰ ਰਿਹਾ ਹੈ, ਕਿਤੇ ਉਹ ਕੁਛ ਕਰ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ। ਸ਼ਾਬਦਿਕ ਅਰਥ ਇਹ ਥੋੜ੍ਹਾ ਬਾਹਰ ਹੀ ਰਹਿ ਜਾਂਦੇ, ਐਕਸਪਲੇਨੇਸ਼ਨ ਬਾਹਰ ਹੀ ਰਹਿ ਜਾਣੀ। ਹੋ ਸਕਦਾ ਜਿਹੜੇ ਵਰਡਸ ਕਹੇ ਜਾ ਰਹੇ ਆ ਉਹ ਉਸ ਗੱਲ ਨੂੰ, ਉਸ ਤੱਤ ਨੂੰ ਨਾ ਟੱਚ ਕਰ ਸਕਣ, ਪਰ ਇਹ ਅਹਿਸਾਸ ਕਰਨ ਵਾਲੀ ਗੱਲ ਆ। ਇਹ ਸ਼ਬਦਾਂ 'ਚ ਬਹੁਤ ਘੱਟ ਆਉਂਦੀ ਆ ਅਤੇ ਸਿੰਪਲੀ ਜੇ ਅਸੀਂ ਸਮਝਣਾ ਹੋਵੇ ਨਾ ਤੇ ਫਿਰ ਇਹ ਸਮਝਿਆ ਜਾ ਸਕਦਾ ਕਿ ਉਹ ਇਸ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਉਹਦੇ 'ਚ ਵਿਚਰ ਰਿਹਾ ਆ ਅਤੇ ਭੋਗਣ ਵਾਲਾ ਵੀ ਉਹੀ ਆ। ਹੁਣ ਭੋਗਣਾ ਕਿੱਦਾਂ ਹੁੰਦਾ? ਜਿਵੇਂ ਸਾਡੇ ਕੋਲ ਕੋਈ ਚੀਜ਼ ਆ, ਹੈ ਨਾ, ਆਪਾਂ ਉਹ ਕਿਸੇ ਨੂੰ ਦੇ ਦਿੱਤੀ। ਜਿਵੇਂ ਮੇਰੇ ਕੋਲ ਕੁਛ ਹੈਗਾ ਆ, ਉਹ ਮੈਂ ਕਿਸੇ ਨੂੰ ਦੇ ਦਿੱਤਾ ਤਾਂ ਉਹਨੂੰ ਵਰਤਣ ਵਾਲਾ ਕੋਈ ਦੂਸਰਾ ਹੋ ਗਿਆ, ਹੈ ਨਾ, ਉਹ ਮੈਂ ਨਹੀਂ ਰਿਹਾ। ਪਰ ਇੱਥੇ ਦਾਤਾ ਵੀ ਉਹੀ ਆ, ਭੁਗਤਾ ਵੀ ਉਹੀ ਆ। ਜਿਵੇਂ ਅਸੀਂ ਕੋਈ ਬਹੁਤ ਹੀ ਸੋਹਣੀ ਕਿਰਪਾ ਨੂੰ ਮਾਣ ਰਹੇ ਹੋਈਏ, ਹੈ ਨਾ, ਅਤੇ ਬਹੁਤ ਹੀ ਰੰਗ ਬੱਝੇ ਹੋਣ, ਅੰਦਰ ਜਿਹੜਾ ਆ ਉਹ ਇਕਮਿਕ ਹੋਇਆ ਹੋਵੇ ਅਤੇ ਇਹ ਨਾਮ ਰੂਪੀ ਭੋਜਨ ਨੂੰ ਛਕ ਰਹੀ ਹੋਵੇ ਜੀਵਾਤਮਾ, ਅਤੇ ਫਿਰ ਸਾਡਾ ਦਾਤਾ ਕੌਣ ਆ? ਦਾਤਾ ਹੈ ਵਾਹਿਗੁਰੂ, ਹੈ ਨਾ, ਉਹ ਪ੍ਰੀਤਮ ਹੈ ਦਾਤਾ। ਪਰ ਇਹ ਸੱਚਾਈ ਆ, ਭੁਗਤਾ ਵੀ ਉਹੀ ਆ। ਉਸ ਸਮੇਂ ਉਹੀ ਸਾਡੇ ਅੰਦਰ ਆ ਕੇ ਇਹਨੂੰ ਭੁਗਤ ਵੀ ਰਿਹਾ ਹੈ, ਇਹਨੂੰ ਮਾਣ ਵੀ ਰਿਹਾ ਹੈ। ਜੇ ਉਹ ਨਾ ਮਾਣਨਾ ਚਾਹਵੇ ਤਾਂ ਫਿਰ ਸਾਡਾ ਸਰੂਪ ਇਹਨੂੰ ਭੁਗਤ ਵੀ ਨਹੀਂ ਸਕਦਾ, ਭਾਵ ਭੁਗਤਾ ਵੀ ਨਹੀਂ ਬਣ ਸਕਦਾ। ਅਸੀਂ ਗ੍ਰਹਿਣ ਵੀ ਨਹੀਂ ਕਰ ਸਕਦੇ ਉਹਦੀ ਸ਼ਮੂਲੀਅਤ, ਉਹਦਾ ਬਿਰਾਜਮਾਨ ਹੋਣਾ ਉਸ ਸਮੇਂ। ਇਸ ਗੱਲ ਦਾ ਸਬੂਤ ਆ ਕਿ ਦਾਤਾ ਵੀ ਉਹੀ ਆ ਵੀ ਸਭ ਕੁਝ ਉਹਦੇ ਤੋਂ ਹੀ ਰਿਹਾ ਆ ਅਤੇ ਉਹ ਮਾਣ ਵੀ ਉਹੀ ਰਿਹਾ ਹੈ ਇਸ ਚੀਜ਼ ਨੂੰ। ਕਿਉਂਕਿ ਉਸ ਸਮੇਂ ਸਾਡਾ ਆਪਣਾ ਆਪ ਨਹੀਂ ਹੁੰਦਾ। ਉਸ ਸਮੇਂ
ਕਿਉਂਕਿ ਆਪਣਾ ਆਪ ਜਦੋਂ ਪਾਸੇ ਹੁੰਦਾ ਹੈ ਨਾ, ਤਾਂ ਹੀ ਉਹ ਪ੍ਰੀਤਮ ਸਾਡੇ ਕੋਲ ਆਉਂਦਾ ਹੈ, ਤਾਂ ਹੀ ਉਹਦਾ ਅਹਿਸਾਸ ਜਿਹੜਾ ਹੈ ਉਹ ਸਾਨੂੰ ਹੁੰਦਾ ਹੈ। ਅਤੇ ਉਸ ਸਮੇਂ ਦਾਤਾ ਵੀ ਉਹੀ ਹੈ, ਭੁਗਤਾ ਵੀ ਉਹੀ ਹੈ। ਅਤੇ ਇਹ ਇੱਕ ਛੋਟੀ ਜਿਹੀ, ਇੱਕ ਬਹੁਤ ਹੀ ਛੋਟੀ ਜਿਹੀ ਐਗਜ਼ਾਮਪਲ ਸੀਗੀ ਉਹਦਾ ਭੁਗਤਾ ਕੀ ਹੁੰਦਾ ਹੈ, ਉਹਦਾ ਭੋਗਣਾ ਕੀ ਆ। ਇਹਦੇ ਕਰੋੜਾਂ ਹੀ, ਹਜ਼ਾਰਾਂ ਹੀ ਐਗਜ਼ਾਮਪਲਸ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਨੇ, ਹੈ ਨਾ। ਉਹ ਬਾਹਰੀ ਤੌਰ 'ਤੇ ਹੋ ਸਕਦੀਆਂ ਨੇ, ਇਸ ਕੁਦਰਤ ਰੂਪ 'ਚ ਹੋ ਸਕਦੀਆਂ ਨੇ, ਪਰ ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਸੀਗੀ ਕਿ ਉਹ ਦਾਤਾਂ ਬਣਾਉਣ ਵਾਲਾ ਵੀ ਆ, ਉਹ ਸਾਰੀ ਚੀਜ਼ਾਂ ਬਣਾ ਕੇ ਉਹਦੇ ਵਿੱਚ ਵਿਚਰਨ ਵਾਲਾ ਵੀ ਆ, ਉਹ ਉਹਦਾ ਰੂਪ ਵੀ ਆ ਅਤੇ ਉਹਨੂੰ ਭੋਗ ਵੀ ਰਿਹਾ। ਫਿਰ ਕਹਿੰਦੇ ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ। ਸਵਯੰ ਭਵ ਭਾਵ ਸਵੈਮ ਯਾਨੀ ਆਪ, ਸੁਭੰ ਦਾ ਅਰਥ ਜਿਵੇਂ ਇੱਥੇ ਲਿਖਿਆ ਨਾ, ਸ਼ੁਭਾਇਮਾਨ ਹੋਣ ਵਾਲਾ। ਹੁਣ ਦੇਖੋ, ਮਤਲਬ ਆਪਣੇ ਆਪ ਹੀ ਸੁਭੰ, ਸਵਯੰ ਭਵ ਸੁਭੰ ਭਾਵ ਉਹ ਆਪਣੇ ਆਪ 'ਚ ਹੀ ਸ਼ੋਭ ਰਿਹਾ ਆ। ਇਹ ਭਾਵੇਂ ਸਾਰੀ ਸ੍ਰਿਸ਼ਟੀ ਜਿਹੜੀ ਆ ਉਹਦੀ ਪਰਿਕਰਮਾ 'ਚ ਖੜੀ ਆ, ਇਹ ਸਾਰੀ ਕਾਇਨਾਤ ਜਿਹੜੀ ਆ ਉਹ ਭਾਵੇਂ ਉਹਦੇ ਜਿੰਨੇ ਮਰਜ਼ੀ ਗੁਣ ਗਾ ਲਵੇ, ਜਿੰਨੀ ਮਰਜ਼ੀ ਉਹਦੀ ਸ਼ੋਭਾ ਕਰ ਲਵੇ, ਪਰ ਪੂਰਨ ਤਰੀਕੇ ਨਾਲ ਨਹੀਂ ਕਰ ਸਕਦੀ। ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਉਹਦੇ ਬਾਰੇ ਪੂਰਨ ਤਰੀਕੇ ਨਾਲ ਉਹਦੀ ਸ਼ੋਭਾ ਕੀਤੀ ਨਹੀਂ ਜਾ ਸਕਦੀ। ਉਹ ਜੇ ਉਹ ਸ਼ੋਭਦਾ ਹੈ ਤੇ ਆਪਣੇ ਆਪ 'ਚ ਹੀ ਸ਼ੋਭ ਰਿਹਾ ਆ, ਉਹਦੀ ਸ਼ੋਭਾ ਆਪਣੇ ਆਪ 'ਚ ਹੀ ਆ, ਕਿਉਂਕਿ ਉਹ ਹੈ, ਉਹਦਾ ਮੌਜੂਦ ਹੋਣਾ ਹੀ ਉਹਦੀ ਸ਼ੋਭਾ ਆ। ਅਸਲ ਦੇ ਵਿੱਚ ਉਹੀ ਅਸਲੀ ਸ਼ੋਭਾ ਆ, ਉਹੀ ਪੂਰਨ ਸ਼ੋਭਾ ਆ, ਕੋਈ ਦੂਸਰਾ ਕਰ ਹੀ ਨਹੀਂ ਸਕਦਾ। ਹਾਲਾਂਕਿ ਭਾਵੇਂ ਸਾਰੀ ਸ੍ਰਿਸ਼ਟੀ ਉਹਦਾ ਰੂਪ ਆ, ਪਰ ਉਹ ਸਰਗਣ ਸਰੂਪ ਦੇ ਵਿੱਚ ਭਾਵੇਂ ਸਾਰੀ ਸ੍ਰਿਸ਼ਟੀ ਉਹਨੂੰ ਸ਼ੋਭਾ ਦੇ ਰਹੀ ਆ, ਪਰ ਅਸਲੀ ਜਿਹੜੀ ਆਪਾਂ ਕਹਿੰਦੇ ਨਾ ਪੂਰ ਪੈ ਜਾਣਾ, ਉਹ ਪੂਰ ਉਦੋਂ ਹੀ ਪੈਂਦਾ ਆ, ਜਾਂ ਕਹਿ ਲਓ ਉਹਦਾ ਆਪਣਾ ਆਪ ਸਰੂਪ ਹੀ ਅਸਲ ਦੇ ਵਿੱਚ ਉਹਦੀ ਸ਼ੋਭਾ ਆ, ਕੋਈ ਦੂਸਰਾ ਨਹੀਂ ਕਰ ਸਕਦਾ। ਫਿਰ ਕਹਿੰਦੇ ਸਰਬ ਦਾ ਸਰਬ ਜੁਗਤੇ। ਸਰਬ ਦਾ ਸਰਬ ਜੁਗਤੇ ਭਾਵ ਉਹ ਸਾਰਿਆਂ ਦੇ ਨਾਲ, ਜਿਵੇਂ ਇੱਥੇ ਲਿਖਿਆ, ਸੰਯੁਕਤ ਰਹਿਣ ਵਾਲਾ। ਸੰਯੁਕਤ ਰਹਿਣ ਵਾਲਾ ਕਿਉਂ ਕਿਹਾ? ਕਿਉਂਕਿ ਇਨਸਾਨ ਇੱਕ ਸਮੇਂ ਇੱਕ ਨਾਲ ਰਹਿ ਸਕਦਾ, ਦੋ ਨਾਲ ਰਹਿ ਸਕਦਾ, ਪਰ ਉਹ ਘੱਟ ਘੱਟ ਦੇ ਵਿੱਚ ਵਿਰਾਜਮਾਨ ਆ, ਉਹ ਹਰ ਇੱਕ ਨਾਲ ਆ, ਹੈ ਨਾ। ਸ਼ਾਇਦ ਇਹਦਾ ਅਹਿਸਾਸ ਹੋ ਪਾਵੇ ਕਿ ਉਹ ਇੱਕ ਸਮੇਂ ਹੀ ਸਾਰੀ ਸ੍ਰਿਸ਼ਟੀ ਦੇ ਨਾਲ, ਜਾਂ ਕਹਿ ਲਓ ਉਹਨੇ ਇਸ ਸਾਰੇ ਸੰਸਾਰ ਨੂੰ ਇੱਕ ਹੀ ਮਾਲਾ ਦੇ ਵਿੱਚ ਪਰੋਇਆ ਹੋਇਆ। ਫਿਰ ਅੱਗੇ ਕਹਿ ਰਹੇ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਦੁਕਾਲੰ ਪ੍ਰਣਾਸੀ ਭਾਵ ਦੁਸ਼ਟ ਕਰਮਾਂ ਨੂੰ ਖਤਮ ਕਰਨ ਵਾਲਾ, ਜਾਂ ਕਹਿ ਲਓ ਦੁਸ਼ਟਾਂ ਨੂੰ ਖਤਮ ਕਰਨ ਵਾਲਾ, ਜਾਂ ਕਹਿ ਲਓ ਬੁਰੇ ਸਮੇਂ ਤੋਂ ਬਚਾਉਣ ਵਾਲਾ। ਦੁਕਾਲੰ ਪ੍ਰਣਾਸੀ, ਉਹਦਾ ਇਹ ਸਰੂਪ ਬੜਾ ਹੀ ਬਲਵਾਨ ਆ, ਬੜਾ ਹੀ ਸੂਰਮਾ ਆ। ਜਦੋਂ ਉਹ ਕਿਸੇ ਨੂੰ ਜਿਤਾਉਣ 'ਤੇ ਆ ਜਾਂਦਾ ਆ, ਜਦੋਂ ਕਿਸੇ ਨੇਕੀ ਨੂੰ ਜਿਤਾਉਣ 'ਤੇ ਆ ਜਾਂਦਾ ਹੈ, ਫਿਰ ਭਾਵੇਂ ਸਾਰਾ
ਸੰਸਾਰ ਇੱਕ ਪਾਸੇ ਹੋਵੇ, ਉਹ ਕਿਸੇ ਇੱਕ ਬਚਿੱਤਰ ਸਿੰਘ 'ਤੇ ਹੀ ਐਸੀ ਕਿਰਪਾ ਕਰ ਦਿੰਦਾ ਕਿ ਉਹ ਛੋਟੇ ਜਿਹੇ ਕੱਦ ਦਾ ਬਚਿੱਤਰ ਸਿੰਘ ਐਡੇ ਵਿਸ਼ਾਲ ਹਾਥੀ ਨਾਲ ਲੜ ਕੇ ਉਹਦਾ ਮੁਕਾਬਲਾ ਕਰਨ ਜੋਗਾ ਆ ਜਾਂਦਾ। ਉਹ ਜਦੋਂ ਕਿਰਪਾ ਕਰਦਾ ਆ ਤਾਂ ਦੁਸ਼ਟਾਂ ਦੀ ਖੈਰ ਨਹੀਂ ਆਉਂਦੀ ਫਿਰ, ਹੈ। ਉਹਦੀ ਮੌਜ ਆ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ। ਉਹਦਾ ਇੱਕ ਸਰੂਪ ਬੜਾ ਹੀ ਦਿਆਲ ਆ, ਹੈ। ਹਮੇਸ਼ਾ ਮੁਆਫ ਕਰਨ ਵਾਲਾ ਸਰੂਪ ਆ। ਕਿੰਨੀਆਂ ਗਲਤੀਆਂ ਕਰਦੇ ਆ ਫੇਰ ਮਾਫ ਕਰ ਦਿੰਦਾ। ਇੰਨਾ ਵੱਡਾ ਤੇ ਵਿਸ਼ਾਲ ਹਿਰਦਾ ਕਿਹਦਾ ਹੈ ਸੰਸਾਰ ਦੇ ਵਿੱਚ? ਸਾਨੂੰ ਤਾਂ ਨਹੀਂ ਦਿਸਦਾ। ਕੋਈ ਹੈ ਜਿਹੜਾ ਬਾਰ-ਬਾਰ ਗਲਤੀ ਕਰੇ? ਮਤਲਬ ਤੁਸੀਂ ਬਾਰ-ਬਾਰ ਗਲਤੀ ਕਰੋ। ਲੋਕ ਤਾਂ ਇੱਕ ਵਾਰ ਕਿਸੇ ਦੀ ਗਲਤੀ ਪਤਾ ਚੱਲ ਜੇ ਉਹਦੇ ਤੋਂ ਮੁੱਖ ਮੋੜ ਦਿੰਦੇ ਆ, ਜਾਂ ਈਗੋ ਰੱਖਦੇ ਆ, ਉਹਨੂੰ ਬੁਰਾ ਸਮਝਦੇ ਆ। ਪਰ ਸਾਡੀਆਂ ਸਾਰੀਆਂ ਐਕਟੀਵਿਟੀਜ਼, ਕਰਤੂਤਾਂ ਉਹਨੂੰ ਪਤਾ ਆ, ਫਿਰ ਵੀ ਉਹਦਾ ਦਇਆਲਤਾ ਵਾਲਾ ਸਰੂਪ ਜਿਹੜਾ ਆ ਉਹ ਬਰਕਰਾਰ ਆ। ਕਿਤੇ ਉਹ ਕੋਡੇ ਰਾਖਸ਼ ਵਰਗੇ ਨੂੰ ਪਲਾਂ 'ਚ ਹੀ ਮਾਫ ਕਰੀ ਜਾ ਰਿਹਾ ਹੈ, ਪਲਾਂ 'ਚ ਹੀ ਮਾਫ ਕਰੀ ਜਾ ਰਿਹਾ। ਐਡਾ ਵੱਡਾ ਦਇਆਲਤਾ ਦਾ ਸਰੂਪ, ਦਇਆਲੰ ਸਰੂਪੇ। ਇਹ ਪਰਮੇਸ਼ਰ ਦਾ ਗੁਣ ਆ ਤੇ ਇਹਨੂੰ ਕੋਈ ਮੈਚ ਨਹੀਂ ਕਰ ਸਕਦਾ। ਕਿਤੇ ਨਾ ਕਿਤੇ ਕੋਈ ਮਨੁੱਖ ਕਿੰਨਾ ਵੀ ਤੁਹਾਡਾ ਕਰੀਬੀ ਆ, ਕਿੰਨਾ ਵੀ ਵੈਲ ਵਿਸ਼ਰ ਆ, ਉਹ ਤੁਹਾਨੂੰ ਇੱਕ ਵਾਰੀ ਮਾਫ ਕਰ ਦੂਗਾ, 2 ਵਾਰੀ ਕਰ ਦੂਗਾ, ਪਰ ਉਹ ਬਾਰ-ਬਾਰ ਤੁਹਾਨੂੰ ਮਾਫ ਨਹੀਂ ਕਰੂਗਾ। ਉਹਦੇ ਅੰਦਰ ਉਹ ਚੀਜ਼ ਭਰਦੀ ਜਾਊਗੀ। ਪਰ ਇਹ ਦਇਆਲਤਾ ਦਾ ਸਾਗਰ ਆ, ਹੈ। ਕਿਸੇ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂ ਇਹਦੇ 'ਚ ਬਹੁਤ ਦਇਆ ਭਾਵ ਆ, ਇਹ ਕਿਸੇ ਦਾ ਬੁਰਾ ਨਹੀਂ ਸੋਚ ਸਕਦਾ, ਦਇਆਲੂ ਆ। ਪਰ ਤੁਸੀਂ ਸੋਚੋ ਇਹ ਗੁਣ ਕਿੱਥੋਂ ਆਇਆ? ਇਹ ਪਰਮੇਸ਼ਰ ਦਾ ਗੁਣ ਹੈ ਅਸਲ 'ਚ। ਉਹਦੇ ਤੋਂ ਥੋੜ੍ਹਾ ਉਹਨੇ ਸੰਸਾਰ ਨੂੰ ਪਾਇਆ ਹੋਇਆ। ਆਪਾਂ ਕਿਸੇ ਨੂੰ ਦੇਖ ਕੇ ਕਹਿ ਦਈਦਾ ਕਿ ਹਾਂ ਇਹ ਬਹੁਤ ਦਿਆਲੂ ਆ, ਪਰ ਤੁਸੀਂ ਸੋਚੋ ਜੇ ਕੋਈ ਇਨਸਾਨ ਇੰਨਾ ਦਿਆਲੂ ਹੋ ਸਕਦਾ ਤੇ ਉਹ ਅਕਾਲ ਸਰੂਪ ਵਾਹਿਗੁਰੂ ਕਿੰਨਾ ਦਿਆਲ ਹੋਏਗਾ, ਹੈ। ਕਿਵੇਂ ਸਾਡੀਆਂ ਗਲਤੀਆਂ ਨੂੰ ਸਾਈਡ 'ਤੇ ਕਰਕੇ ਫਿਰ ਗੱਲ ਲਾ ਲੈਂਦਾ। ਇਹ ਉਹਦਾ ਦਿਆਲਤਾ ਵਾਲਾ ਸਰੂਪ ਹੈ, ਦਇਆਲੰ ਸਰੂਪ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਸਦਾ ਅੰਗ ਸੰਗੇ, ਹਮੇਸ਼ਾ ਨਾਲ ਆ, ਹਮੇਸ਼ਾ ਹੀ ਨਾਲ ਆ, ਹਮੇਸ਼ਾ ਨਾਲ ਰਹਿੰਦਾ। ਪਰ ਇਹਦੇ ਨਾਲ ਹੋਣ ਦਾ ਅਹਿਸਾਸ ਜਿਹਨੂੰ ਸਦਾ ਹੀ ਹੋ ਜਾਂਦਾ ਹੈ ਨਾ, ਉਹਦੀਆਂ ਤੇ ਫਿਰ ਕਿਆ ਬਾਤਾਂ। ਦੇਖੋ ਪਰਮੇਸ਼ਰ ਤਾਂ ਸਦਾ ਹੀ ਨਾਲ ਆ, ਪਰ ਇੱਕ ਅਹਿਸਾਸ ਅੰਦਰ ਹੋਣਾ ਕਿ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਾਂ ਉਹਦੀ ਗੱਲ ਹੀ ਹੋ ਰਿਹਾ। ਉਹਨੇ ਨਾ ਗਲਤ ਵਿਚਾਰਾਂ 'ਚ ਪੈਣਾ, ਨਾ ਕਿਸੇ ਦਾ ਬੁਰਾ ਸੋਚਣਾ, ਨਾ ਉਹਨੇ ਨੈਗੇਟਿਵ ਹੋਣਾ, ਹਮੇਸ਼ਾ ਚੜ੍ਹਦੀ ਕਲਾ, ਪੋਜ਼ੀਟਿਵਿਟੀ ਦੀਆਂ ਗੱਲਾਂ। ਇਹ ਸਭ ਕਿਉਂ ਆ? ਕਿਉਂਕਿ ਉਹਨੂੰ ਅਹਿਸਾਸ ਆ। ਦੇਖੋ ਜ਼ਿੰਦਗੀ ਦੇ ਵਿੱਚ ਕੋਈ ਖੁਸ਼ ਕਿਉਂ ਰਹਿੰਦਾ ਹੈ? ਕਿਉਂਕਿ ਕੋਈ ਨਾ ਕੋਈ ਇੱਕ ਚੀਜ਼ ਹੁੰਦੀ ਆ ਜਿਹਦੇ ਤੋਂ ਹਮੇਸ਼ਾ ਉਹਨੂੰ ਪੋਜ਼ੀਟਿਵਿਟੀ ਮਿਲ ਰਹੀ ਹੁੰਦੀ ਆ। ਤੇ ਕਈ ਵਾਰ ਉਹ ਪੋਜ਼ੀਟਿਵਿਟੀ ਕਿਸੇ ਦੀ ਕੱਚੀ ਹੁੰਦੀ ਆ, ਭਰਮ ਰੂਪੀ ਹੁੰਦੀ ਆ, ਕਿਉਂਕਿ ਉਹ ਕਿਸੇ ਇਨਸਾਨ ਤੋਂ ਲੈ ਰਿਹਾ ਹੁੰਦਾ, ਕਿਸੇ ਚੀਜ਼ ਤੋਂ ਲੈ ਰਿਹਾ ਹੁੰਦਾ। ਜਿਵੇਂ ਜਿਹੜਾ ਲੋਭੀ ਆ ਉਹ ਪੋਜ਼ੀਟਿਵਿਟੀ ਲੈ ਰਿਹਾ ਹੁੰਦਾ ਪੈਸੇ ਤੋਂ, ਕਿ ਮੇਰੇ ਕੋਲ ਬਹੁਤ ਪੈਸਾ ਆ, ਤੇ ਉਹਨੂੰ ਉਹਦੇ ਤੋਂ ਪੋਜ਼ੀਟਿਵਿਟੀ ਆ ਰਹੀ ਹੈ ਕਿ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਸੰਸਾਰ ਦੇ ਵਿੱਚ, ਮੇਰੇ ਕੋਲ ਪੈਸਾ ਹੈ। ਪਰ ਉਹ ਟੈਂਪਰੇਰੀ ਆ, ਹੈ ਨਾ, ਉਹ ਕਦੀ ਜਾ ਵੀ ਸਕਦਾ ਅਤੇ ਜਦੋਂ ਜਾਂਦਾ ਹੈ ਫਿਰ ਦੁੱਖ ਵੀ ਨੇ। ਪਰ ਜਿਹੜਾ ਭਗਤ ਜਿੱਥੋਂ ਪੋਜ਼ੀਟਿਵਿਟੀ ਲੈਂਦਾ ਨਾ,
ਉਹਦਾ ਸਰੂਪ ਸੱਚਾ ਆ, ਉਹਦਾ ਰੂਪ ਸੱਚਾ ਆ। ਉਹ ਸੱਚ ਤੋਂ ਪੋਜ਼ਿਟਿਵਿਟੀ ਲੈ ਰਿਹਾ ਸਦਾ ਅੰਗ ਸੰਗੇ। ਉਹਦਾ ਜਿਹੜਾ ਕਹਿ ਲਓ ਕਿ ਉਹਦਾ ਜਿਹੜਾ ਬੇਸ ਹੈ ਨਾ, ਉਹ ਬੇਸ ਕਦੇ ਵੀ ਹਿੱਲਣ ਵਾਲਾ ਨਹੀਂ ਹੈ, ਕਿਉਂਕਿ ਇਹ ਸਤਿਗੁਰੂ ਤਾਂ ਸਦਾ ਹੀ ਆ। ਅਸੀਂ ਰਹੀਏ ਨਾ ਰਹੀਏ, ਇਹ ਤਾਂ ਵੀ ਹੈਗਾ। ਇਹਨੇ ਕਦੀ ਨਹੀਂ ਭੱਜਣਾ, ਇਹਨੇ ਟਸ ਤੋਂ ਮਸ ਨਹੀਂ ਹੋਣਾ। ਇਹ ਨਾ ਸਾਡੀਆਂ ਗਲਤੀਆਂ ਦੇਖਦਾ, ਨਾ ਇਹ ਸਾਨੂੰ ਐਵੇਂ ਤੰਗ ਕਰਦਾ ਹੈ ਨਾ। ਲੋਕ ਕਿੰਨਾ ਕੁਛ ਕਹਿ ਦਿੰਦੇ ਆ, ਤੰਗ ਕਰਦੇ ਆ, ਬਹੁਤ ਕੁਛ ਹੁੰਦਾ, ਪਰ ਜਿਹਦਾ ਬੇਸ, ਜਿਹਦੀ ਜੜ ਵਾਹਿਗੁਰੂ ਆ, ਜਿਹਨੇ ਸੋਚ ਲਿਆ ਕਿ ਮੇਰਾ ਸਭ ਕੁਛ ਵਾਹਿਗੁਰੂ ਆ, ਉਹ ਫਿਰ ਡੋਲਦਾ ਨਹੀਂ। ਸੋ ਇਹ ਅਹਿਸਾਸ ਬਹੁਤ ਜ਼ਰੂਰੀ ਹੈ ਕਿ ਸਦਾ ਅੰਗ ਸੰਗੇ, ਸਦਾ ਅੰਗ ਸੰਗੇ। ਇਹ ਹਮੇਸ਼ਾ ਉਹਦਾ ਨਾਲ ਰਹਿਣ ਵਾਲਾ ਸਰੂਪ ਨੂੰ ਜਿਹਨੇ ਸਮਝ ਲਿਆ ਨਾ, ਉਹਦੇ ਨਾਲ ਰਹਿਣ ਵਾਲੇ ਸਰੂਪ ਨੂੰ ਜਿਹਨੇ ਸਮਝ ਲਿਆ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਚਰਖੜੀਆਂ 'ਤੇ ਚੜ੍ਹਦਿਆਂ ਵੀ ਕੋਈ ਦਿੱਕਤ ਨਹੀਂ ਆਈ, ਆਰਿਆਂ 'ਚ ਵੀ ਕੋਈ ਦਿੱਕਤ ਨਹੀਂ ਆਈ। ਫਿਰ ਵੱਡੀਆਂ ਵੱਡੀਆਂ ਵਾਰਦਾਤਾਂ ਸਹਿ ਲਈਆਂ ਖੁਦ 'ਤੇ, ਕੋਈ ਦਿੱਕਤ ਨਹੀਂ ਆਈ। ਕਿਉਂ? ਕਿਉਂਕਿ ਸਦਾ ਅੰਗ ਸੰਗੇ। ਇਹ ਸਿਰਫ ਪੜ੍ਹ ਲੈਣਾ ਅਤੇ ਇਹਨੂੰ ਕਮਾ ਜਾਣਾ, ਕਿੰਨਾ ਫਰਕ ਹੈ ਇਹਦੇ 'ਚ, ਹੈ ਨਾ। ਜੇ ਅਸੀਂ ਸਿਰਫ ਇੱਦਾਂ ਹੀ ਪੜ੍ਹ ਲਵਾਂਗੇ ਕਿ ਹਾਂ ਮੇਰੇ ਨਾਲ ਆਓ, ਅਤੇ ਇੱਕ ਹੁੰਦਾ ਕਮਾ ਜਾਣਾ। ਉਹ ਜੋ ਬੋਲਿਆ ਉਹਦਾ ਸਰੂਪ ਹੋ ਜਾਣਾ, ਹੈ ਨਾ। ਬੋਲਿਆ ਅਤੇ ਫੀਲ ਕੀਤਾ ਇੱਕ ਹੋ ਜਾਣਾ। ਅਤੇ ਸਿਰਫ ਇਸ ਟਾਈਮ ਹੀ ਨਹੀਂ, ਹਰ ਵੇਲੇ, ਹਰ ਵੇਲੇ ਇੱਕ ਹੋ ਜਾਣਾ। ਬੋਲਿਆ ਅਤੇ ਫੀਲ ਕੀਤਾ, ਹਰ ਸਮੇਂ ਇੱਕ ਹੋ ਜਾਣਾ। ਅਸਲ 'ਚ ਇਹੀ ਨਾਮ ਆ ਉਹਦਾ ਸਿਮਰਨ ਹਰ ਵੇਲੇ, ਉਹਦੀ ਯਾਦ ਹਰ ਵੇਲੇ ਅੰਦਰ ਰਹਿਣੀ, ਇਸ ਸਰੂਪ ਦੇ ਵਿੱਚ ਕਿ ਸਦਾ ਅੰਗ ਸੰਗੇ। ਇਹੀ ਤੇ ਨਾਮ ਹੈ। ਅਤੇ ਬਾਕੀ ਇਹ ਜਾਪ ਸਾਹਿਬ ਦੇ ਵਿੱਚ ਪਰਮੇਸ਼ਰ ਦੀ ਨਿਰੋਲ, ਉਹਦੇ ਸਰੂਪ ਦੀ ਵਡਿਆਈ ਆ, ਵਿਚਾਰ ਆ, ਮਤਲਬ ਵਿਚਾਰ ਵੀ ਨਹੀਂ ਕਹਿ ਸਕਦੇ, ਨਿਰੋਲ ਸਰੂਪ ਜਿਹਨੂੰ ਕਹਿ ਦਈਏ, ਹੈ ਨਾ, ਉਹ ਆ ਇਹ ਜਾਪ ਸਾਹਿਬ। ਅਤੇ ਇੱਕ ਇੱਕ ਗੁਣ, ਇੱਕ ਇੱਕ ਵਡਿਆਈ ਉਹਦੀ ਜਿਹੜੀ ਆ ਸਿੱਧੇ ਰੂਪ ਦੇ ਵਿੱਚ ਗੁਰੂ ਸਾਹਿਬ ਕਰ ਰਹੇ ਕਿ ਸਦਾ ਅੰਗ ਸੰਗੇ। ਉਹ ਹਮੇਸ਼ਾ ਸਾਰਿਆਂ ਦੇ ਨਾਲ ਆ। ਅਭੰਗੰ ਵਿਭੂਤੇ ਭਾਵ ਅਭੰਗੰ ਹੁੰਦਾ ਜਿਹੜੀ ਭੰਗ ਨਹੀਂ ਹੁੰਦੀ। ਇਹਦੇ 'ਚ ਮੈਨੂੰ ਲੱਗਦਾ ਹੈ ਕਿ ਗੁਰੂ ਸਾਹਿਬ ਨਾ ਨਾਮ ਦੀ ਗੱਲ ਕਰ ਰਹੇ। ਦੇਖੋ, ਇਸ ਦੁਨੀਆ ਦੇ ਵਿੱਚ ਅਭੰਗੰ ਕੀ ਆ? ਜਿਹੜਾ ਭੰਗ ਨਹੀਂ ਹੁੰਦਾ, ਜਿਹੜਾ ਵੱਖਰਾ ਨਹੀਂ ਹੁੰਦਾ। ਉਹ ਇਨਸਾਨ ਤਾਂ ਹੋ ਨਹੀਂ ਸਕਦਾ, ਹੈ ਨਾ, ਕਿਉਂਕਿ ਇਨਸਾਨ ਮਰ ਜਾਂਦਾ। ਉਹ ਕੋਈ ਚੀਜ਼ ਵੀ ਨਹੀਂ ਹੋ ਸਕਦੀ। ਇਹ ਕਾਇਨਾਤ ਵੀ ਮਿਟ ਸਕਦੀ ਆ। ਵੱਡੇ ਤੋਂ ਵੱਡੇ ਅਸੀਂ ਦੇਖਦੇ ਹਾਂ, ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਆ, ਉਹ ਖੁਦਾਈ 'ਚੋਂ ਨਿਕਲਦੇ ਆ। ਕਿੰਨਾ ਕੁਛ ਅਸੀਂ ਪੜ੍ਹਦੇ ਹਾਂ ਕਿ ਕਿਤੇ ਪਿੰਡ ਦਾ ਪਿੰਡ ਹੀ ਵਸਿਆ ਸੀਗਾ, ਉਹ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਪੁਰਾਣਾ, ਕਿਤੋਂ ਖੁਦਾਈ 'ਚੋਂ ਨਿਕਲਿਆ, ਹੈ ਨਾ। ਇਨਸਾਨ ਅਤੇ ਇਹ ਕੁਦਰਤ ਕਈ ਵਾਰ ਨਸ਼ਟ ਹੋਈ ਆ, ਕਈ ਵਾਰ ਬਣੀ ਆ। ਇਹਨੂੰ ਅਭੰਗੰ ਨਹੀਂ ਕਹਿ ਸਕਦੇ। ਸਿਰਫ ਕੀ ਰਹਿੰਦਾ ਹੈ ਸਦਾ ਹੀ? ਨਾਮ ਰਹਿਓ, ਸਾਧੂ ਰਹਿਓ। ਸਾਧੂ ਰਹਿਓ ਦਾ ਭਾਵ ਇਹ ਨਹੀਂ ਕਿ ਉਹਦਾ ਸਰੂਪ ਰਵੇ, ਉਹ ਬਿਰਤੀ ਰਹਿੰਦੀ ਹੈ ਸਦਾ ਹੀ, ਜਿਹੜੀ ਨਾਮ 'ਚ ਰੰਗੀ ਆ। ਉਹਦੇ ਜਾਣ ਤੋਂ ਬਾਅਦ ਵੀ ਆਪਾਂ ਕਈ ਸਿੰਘ ਦੇਖਦੇ ਹਾਂ, ਹੈ ਨਾ, ਚੜ੍ਹਦੀ ਕਲਾ ਵਾਲੀਆਂ ਰੂਹਾਂ, ਉਹਨਾਂ ਦੀ ਵਾਈਬ੍ਰੇਸ਼ਨਸ, ਉਹਨਾਂ ਦੇ ਕੀਤੇ ਹੋਏ ਕਾਰਜ ਜਿਹੜੇ ਨਾਮ ਰੂਪ 'ਚ ਸੀਗੇ, ਉਹ ਅੱਜ ਵੀ ਸਾਡੇ ਦਿਲਾਂ 'ਚ ਬਿਰਾਜਮਾਨ ਨੇ, ਨਾਮ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਬਿਖਰੇ ਪਏ ਨੇ, ਹੈ ਨਾ। ਉਹ ਆ ਅਭੰਗੰ, ਜਿਹੜਾ ਭੰਗ ਨਹੀਂ ਹੁੰਦਾ, ਕਿਸੇ ਦੇ ਨਸ਼ਟ ਹੋਣ ਤੋਂ ਬਾਅਦ ਵੀ ਭੰਗ ਨਹੀਂ ਹੁੰਦਾ। ਅਤੇ ਮੈਨੂੰ ਇਹ ਲੱਗਦਾ ਕਿ ਇਹ ਨਾਮ ਦੀ ਗੱਲ ਹੋ ਰਹੀ ਕਿ ਅਭੰਗੰ ਵਿਭੂਤੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਕਿ ਉਹ ਅਤੇ ਉਹਦਾ ਜਿਹੜਾ ਓਰਾ ਆ, ਹੈ ਨਾ, ਉਹ ਅਭੰਗੰ ਆ, ਭਾਵ ਉਹ ਭੰਗ ਨਹੀਂ ਹੁੰਦਾ। ਉਹ ਸਦਾ ਹੀ, ਜਿਵੇਂ ਇਹ ਸਾਰੀ ਬਾਣੀ ਨਾਮ ਦੇ ਤਲ 'ਤੇ ਆ ਨਾ, ਸ਼ਬਦ ਦੇ ਤਲ 'ਤੇ ਆ,
ਤੇ ਹੁਣ ਜਿਵੇਂ ਉਹ ਕਿਸੇ ਨੂੰ ਨਾਮ ਦਿੰਦਾ ਹੈ ਹਨਾ, ਉਹ ਵੀ ਅਭੰਗਨ ਹੈ। ਅਸਲ 'ਚ ਨਾਮ ਹੀ ਅਭੰਗਨ ਹੈ, ਉਹ ਕਦੀ ਭੰਗ ਨਹੀਂ ਹੁੰਦਾ। ਭਾਵ ਅਭੰਗ ਵਿਭੂਤੇ ਭਾਵ ਕਿ ਉਹਦੀਆਂ ਦਿੱਤੀਆਂ ਦਾਤਾਂ ਜੋ ਮਨ 'ਤੇ ਅਸਰ ਕਰਦੀਆਂ, ਉਹਦਾ ਸਰੂਪ ਇੱਦਾਂ ਦਾ ਹੈ ਕਿ ਉਹਦਾ ਦਿੱਤਾ ਹੋਇਆ ਕਦੇ ਵੀ ਖਿੰਡਦਾ ਨਹੀਂ ਹੈ, ਨਸ਼ਟ ਨਹੀਂ ਹੁੰਦਾ, ਉਹ ਸਦਾ ਹੀ ਕਾਇਮ ਰਹਿਣ ਵਾਲਾ। ਜਿਵੇਂ ਗੁਰੂ ਸਾਹਿਬ ਨਾਮ ਦੀਆਂ ਦਾਤਾਂ ਬਖਸ਼ਦੇ ਆ ਹਨਾ, ਸੋਹਣੇ ਸੋਹਣੇ ਗੁਣ ਬਖਸ਼ਦੇ ਆ, ਤੇ ਕੀ ਉਹ ਨਸ਼ਟ ਹੋ ਜਾਂਦੇ ਆ? ਕਦੇ ਵੀ ਨਹੀਂ ਨਸ਼ਟ ਹੁੰਦੇ ਹਨਾ। ਆਪਾਂ ਦੇਖਦੇ ਹਾਂ ਕਿੰਨੀਆਂ ਸੋਹਣੀਆਂ ਰੂਹਾਂ ਜੋ ਭਾਵੇਂ ਸੰਸਾਰ ਤੋਂ ਚਲੀਆਂ ਗਈਆਂ, ਪਰ ਉਹਨਾਂ ਦੇ ਗੁਣ ਅੱਜ ਵੀ ਬਿਰਾਜਮਾਨ ਆ, ਸਾਡਿਆਂ ਹਿਰਦਿਆਂ 'ਚ ਬਿਰਾਜਮਾਨ ਆ। ਅੱਜ ਵੀ ਅਸੀਂ ਅਰਦਾਸ ਜਦੋਂ ਪੜ੍ਹਦੇ ਹਾਂ ਹਨਾ, ਤੇ ਕਿੰਨਾ ਉਹ ਚੀਜ਼ ਸਾਨੂੰ ਵੱਖਰੇ ਜ਼ੋਨ 'ਚ ਲੈ ਜਾਂਦੀ ਆ। ਕਿਉਂਕਿ ਜਿਹੜੀਆਂ ਦਾਤਾਂ ਪਰਮੇਸ਼ਰ ਨੇ ਉਹਨਾਂ ਨੂੰ ਦਿੱਤੀਆਂ ਸੀਗੀਆਂ, ਉਹ ਭੰਗ ਨਹੀਂ ਹੋਈਆਂ, ਉਹ ਅੱਜ ਵੀ ਕਾਇਮ ਨੇ। ਸੋ ਉਹਦਾ ਦਿੱਤਾ ਨਾਮ ਰੂਪ ਦੇ ਵਿੱਚ, ਇਸੇ ਲਈ ਕਹਿੰਦੇ ਨਾਮ ਦੀ ਦਾਤ ਮੰਗੋ, ਬਾਕੀ ਸਭ ਇੱਥੇ ਰਹਿ ਜਾਣਾ। ਤੇ ਇਹਦੇ ਵਿੱਚ ਇਹ ਦੱਸਿਆ ਕਿ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਭਾਵ ਉਹ ਵਾਲੀਆਂ ਦਾਤਾਂ ਬਖਸ਼ਦਾ ਆ ਜਿਹੜੀਆਂ ਕਦੀ ਨਸ਼ਟ ਨਹੀਂ ਹੁੰਦੀਆਂ, ਕਿਉਂਕਿ ਉਹ ਆਪਣਾ ਆਪ ਦਿੰਦਾ ਹੈ ਨਾ, ਉਹ ਵੀ ਨਾਸ਼ ਨਹੀਂ ਹੋ ਸਕਦਾ, ਤੇ ਫਿਰ ਉਹ ਜੋ ਦਿੰਦਾ ਹੈ ਟੁੱਟ ਕੇ, ਉਹ ਵੀ ਕਦੀ ਨਾਸ਼ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।